ਗੋਰੀ ਨੂੰ ਸਵਿਮਿੰਗ ਪੂਲ 'ਚ ਨਹਾਉਂਦਿਆਂ ਕੱਛੀ ਬਣਾਉਣ 'ਚ ਜਵਾਨ ਦੀ ਤਬੀਅਤ ਖਰਾਬ ਹੋ ਗਈ। ਹਾਲਾਂਕਿ ਉਹਦੇ ਫਾਰਮ ਹਾਊਸ 'ਚ ਕੰਮ ਕਰਨ ਵਾਸਤੇ ਗਿਆ ਸੀ। ਜਵਾਨ ਕਹਿੰਦਾ ਉਹਦੇ ਕੋਲ ਕੰਮ ਕਰਦਿਆਂ ਮੈਨੂੰ 2 ਸਾਲ ਹੋ ਗਏ ਨੇ। ਕਹਿੰਦਾ ਉਹਦਾ ਹੋਟਲ ਹੈ ਬਹੁਤ ਵੱਡਾ, ਉਹ ਕਮਰੇ ਕਿਰਾਏ ਤੇ ਦਿੰਦੀ ਆ। ਉੱਥੇ ਚਲੇ ਗਾਹਕ ਟੁਰ ਜਾਂਦੇ ਨੇ, ਬਾਅਦ 'ਚ ਅਸੀਂ ਸਫਾਈ ਕਰਨੀ ਹੁੰਦੀ ਹੈ। ਕਹਿੰਦਾ ਬੜਾ ਹੀ ਸੌਖਾ ਕੰਮ ਹੈ ਤੇ ਤਨਖਾਹ ਵੀ ਠੀਕ ਠਾਕ ਹੈ। ਮੈਂ ਕਹਿੰਦਾ ਬੜਾ ਖੁਸ਼ ਹਾਂ, ਆਪਣੇ ਪੂਰੇ ਡੇਰੇ 'ਚ ਸਭ ਤੋਂ ਵਧੀਆ ਕੰਮ ਮੇਰੇ ਹੀ ਸੀ। ਕਹਿੰਦਾ ਇੱਕ ਦਿਨ ਜਿਹੜਾ ਮੈਨੇਜਰ ਬੁਲਾ ਕੇ ਮੈਨੂੰ ਆਖਦਾ ਨਾਲ ਹੋਰ 3 ਮੁੰਡਿਆਂ ਨੂੰ ਬੁਲਾ ਕੇ ਤੁਸੀਂ ਜਿਹੜਾ ਸੁਬਾਹ ਮਾਲਕਨ ਦਾ ਜਿਹੜਾ ਫਾਰਮ ਹਾਊਸ 'ਚ ਉੱਥੇ ਜਾ ਕੇ ਤੁਸੀਂ ਸਫਾਈ ਕਰਨੀ ਹੈ। ਕਹਿੰਦਾ ਅਸੀਂ ਬੜੇ ਖੁਸ਼ ਹੋ ਗਏ। ਅੱਗੇ ਸੁਣਿਆ ਸੀ ਕਿ ਉਹਦਾ ਫਾਰਮ ਹਾਊਸ ਬੜਾ ਸੋਹਣਾ ਤੇ ਪਹਾੜਾਂ ਦੇ ਵਿੱਚ ਹੈ। ਕਹਿੰਦਾ ਉਹਨੇ ਸਾਨੂੰ ਐਡਰੈਸ ਦੱਸਿਆ, ਇਸ ਤਰ੍ਹਾਂ ਤੁਸੀਂ ਟ੍ਰੇਨ ਪਕੜਨੀ ਹੈ, ਤੁਸੀਂ ਟ੍ਰੇਨ ਤੋਂ ਬਾਅਦ ਬੱਸ ਪਕੜਨੀ ਹੈ, ਉਸ ਤੋਂ ਬਾਅਦ ਜਿਹੜਾ ਅੱਗੂ ਡਰਾਈਵਰ ਆਵੇਗਾ ਤੁਹਾਨੂੰ ਆ ਕੇ ਲੈ ਜਾਏਗਾ। ਕਹਿੰਦਾ ਅਸੀਂ ਬੜੇ ਖੁਸ਼ ਹੋ ਕੇ ਜਨਾਬ ਸੁਬਾਹ ਗਏ। ਕਹਿੰਦਾ ਉੱਥੇ ਟ੍ਰੇਨ ਪਕੜੀ, ਅੱਗੂ ਬੱਸ ਪਕੜੀ, ਉੱਥੇ ਜਾ ਕੇ ਅਸੀਂ ਲੱਥੇ ਹੀ ਹਾਂ ਤੇ ਅੱਗੇ ਡਰਾਈਵਰ ਪਹਿਲਾਂ ਹੀ ਖਲੋਤੇ ਆ ਸੀ। ਕਹਿੰਦਾ ਸਾਨੂੰ ਨਾਲ ਬਿਠਾ ਕੇ ਤੇ ਉਹ ਜਨਾਬ ਲੈ ਗਿਆ ਪਹਾੜਾਂ ਦੇ ਵਿੱਚ ਦੀ ਘੁਮਾਉਂਦਾ ਫਰਾਂਦਾ ਤੇ ਕਹਿੰਦਾ ਉੱਥੇ ਫਾਰਮ ਹਾਊਸ ਤੇ ਜਿਸ ਵੇਲੇ ਪਹੁੰਚੇ ਕਹਿੰਦਾ ਕੱਲਾ ਫਾਰਮ ਹਾਊਸ ਸੀ, ਹੋਰ ਜਿਹੜਾ ਕੋਈ ਅੱਗੇ ਪਿੱਛੇ ਵੀ ਮਕਾਨ ਨਹੀਂ ਸੀ ਹੈ। ਕਹਿੰਦਾ ਜਿਉਂ ਹੀ ਅੰਦਰ ਵੜੇ ਤੇ ਬੜਾ ਵੱਡਾ ਸਵਿਮਿੰਗ ਪੂਲ ਸੀ, ਅੱਗੋਂ ਫੁੱਲ ਸ਼ੁੱਲ ਲੱਗੇ ਸੀ। ਕਹਿੰਦਾ ਬਹੁਤ ਹੀ ਪਿਆਰਾ ਸੀ ਤੇ ਬਹੁਤ ਹੀ ਵੱਡਾ ਸੀ। ਕਹਿੰਦਾ ਸਾਨੂੰ ਉਹਨੇ ਕੰਮ ਦੱਸਿਆ ਕਿ ਇਹ ਕੰਮ ਤੁਸੀਂ ਕਰਨਾ ਹੈ। ਕਹਿੰਦਾ ਅਸੀਂ ਅੱਗੋਂ ਕੰਮ ਕਰਨਾ ਸ਼ੁਰੂ ਹੋ ਗਏ। ਕਹਿੰਦਾ 4 ਘੰਟੇ ਗੁਜ਼ਰੇ, ਇਤਨੀ ਦੇਰ ਨੂੰ ਮਾਲਕਣ ਵੀ ਆ ਗਈ। ਕਹਿੰਦਾ ਮਾਲਕਣ ਆਈ, ਉਹਦੇ ਹੱਥ 'ਚ 2 ਛਾਪਰ ਹੈ। ਕਹਿੰਦਾ ਆ ਕੇ ਉਹਨੇ ਟੇਬਲ ਤੇ ਰੱਖੇ। ਕਹਿੰਦਾ ਸਾਰਾ ਖਾਣਾ ਛਾਣਾ ਲਾ ਕੇ ਤੇ ਸਾਨੂੰ ਆਂਦੀ ਹੈ ਕਿ ਆ ਜਾਓ ਖਾਣਾ ਖਾ ਲਓ। ਕਹਿੰਦਾ ਜਿਉਂ ਹੀ ਅਸੀਂ ਟੇਬਲ ਤੇ ਪਹੁੰਚੇ ਹਾਂ ਕਹਿੰਦਾ ਸਾਡੇ ਨਾਲ ਹੀ ਬਹਿ ਕੇ ਖਾਣ ਲੱਗ ਪਈ। ਕਹਿੰਦਾ ਸਾਰੇ ਮੁੰਡੇ ਇਹ ਹੀ ਗੱਲਾਂ ਕਰਦੇ ਸੀ ਕਿ ਕਿਸੇ ਨਾਲ ਅਗਰ ਸੈੱਟ ਹੋ ਜੇ ਨਾ ਤੇ ਉਹਦੀ ਤੇ ਲੈਟਰੀ ਲੱਗ ਜਾਂਦੀ। ਕਹਿੰਦਾ ਮੈਂ ਥੋੜਾ ਸੋਚਿਆ ਕਿਉਂ ਨਾ ਮੈਂ ਇਹਦੇ ਨਾਲ ਗੱਲਬਾਤ ਕਰਾਂ। ਕਹਿੰਦਾ ਮੈਂ ਉਹਨੂੰ ਆਖਿਆ ਕਿ ਤੂੰ ਇੱਥੇ ਕਲਮ ਕੱਲੀ ਰਹਿਣੀ ਹੈ, ਤੈਨੂੰ ਡਰ ਨਹੀਂ ਲੱਗਦਾ ਪਹਾੜਾਂ 'ਚ? ਉਹਨੇ ਕਿਹਾ ਡਰ ਮੈਨੂੰ ਕਿਉਂ ਲੱਗਣਾ, ਇੱਥੇ ਕੋਈ ਡਰ ਨਹੀਂ ਹੈ। ਕਹਿੰਦਾ ਨਹੀਂ ਸਾਡੇ ਮੁਲਕ 'ਚ ਇਸ ਤਰ੍ਹਾਂ ਕੱਲਾ ਤੇ ਮਕਾਨ ਹੀ ਕੋਈ ਨਹੀਂ, ਨਾ ਹੀ ਕੋਈ ਬੰਦਾ ਰਹਿ ਸਕਦਾ। ਕਹਿੰਦੀ ਇਹ ਵਾਕਈ ਇੱਥੇ ਤੇ ਮੈਨੂੰ ਕੋਈ ਡਰ ਨਹੀਂ ਹੈ। ਕਹਿੰਦਾ ਮੈਂ ਕਿਹਾ ਤੂੰ ਬੜੀ ਬਹਾਦਰ ਹੈ। ਕਹਿੰਦਾ ਅੱਗੋਂ ਹੱਸਣ ਲੱਗ ਪਈ। ਕਹਿੰਦਾ ਬਹਰਹਾਲ ਸਾਡੇ ਨਾਲ ਬਹਿ ਕੇ ਖਾਣਾ ਛਾਣਾ ਖਾ ਕੇ ਤੇ ਉੱਠ ਕੇ ਟੁਰ ਗਈ। ਦੂਸਰੇ ਮੁੰਡੇ ਆਂਦੇ ਨੇ ਬਾਬਾ ਤੂੰ ਤੇ ਗੱਪ ਲਾਉਣ ਲੱਗ ਪਏ, ਲੱਗਦਾ ਤੂੰ ਸੈੱਟ ਕਰ ਹੀ ਲੈਣੀ ਹੈ। ਕਹਿੰਦਾ ਮੰਮੀ ਵਿੱਚੋਂ ਸੋਚਿਆ ਕਿ ਹੋ ਸਕਦਾ ਮੇਰੇ ਨਾਲ ਸੈੱਟ ਹੋ ਹੀ ਜੇ। ਕਹਿੰਦਾ ਜਿਸੇ ਕੰਮ ਸ਼ਾਮ ਮੁੱਕ ਗਿਆ ਤੇ ਸ਼ਾਮੀ ਸਾਨੂੰ ਇਸੇ ਤਰ੍ਹਾਂ ਫਿਰ ਡਰਾਈਵਰ ਨੇ ਬਿਠਾਇਆ ਨਾਲ। ਕਹਿੰਦਾ ਉੱਥੇ ਹੀ ਬੱਸ ਸਟਾਪ ਤੇ ਲਾਇਆ ਸਾਨੂੰ, ਅਸੀਂ ਬੱਸ ਫੜ ਕੇ ਗਏ ਤੇ ਅੱਗੂ ਟ੍ਰੇਨ ਪਕੜੀ ਤੇ ਕਹਿੰਦਾ ਫਿਰ ਅਸੀਂ ਆਪਣੇ ਡੇਰੇ ਤੇ ਟੁਰ ਗਏ। ਕਹਿੰਦਾ ਜਾ ਕੇ ਮੁੰਡਿਆਂ ਨੂੰ ਦੱਸਿਆ ਕਿ ਮਾਲਕਨ ਦਾ ਫਾਰਮ ਹਾਊਸ ਤੱਕ ਕੇ ਆਇਆ, ਬੜਾ ਹੀ ਸੋਹਣਾ ਤੇ ਬੜਾ ਹੀ ਵੱਡਾ। ਇੱਕ ਵਾਰੀ ਦਿਲ ਖੁਸ਼ ਹੋ ਗਿਆ ਤੱਕ ਕੇ। ਕਹਿੰਦਾ ਬਹਰਹਾਲ ਸੁਬਾਹ ਹੀ ਤੇ ਫਿਰ ਕੰਮ ਤੇ ਉੱਥੇ ਟੁਰ ਗਏ। ਕਹਿੰਦਾ ਅੱਗੂ ਜਿਸ ਵੇਲੇ ਮਾਲਕਣ ਲੰਘਦੀ ਸੀ ਨਾ ਮੈਂ ਕੋਸ਼ਿਸ਼ ਕਰਦਾ ਸੀ ਕਿ ਉਹਦੀਆਂ ਨਜ਼ਰਾਂ ਵਿੱਚ ਆਵਾਂ, ਉਹਦੇ ਵੱਲੋਂ ਮੈਂ ਤੱਕਾਂ। ਕਹਿੰਦਾ ਲੇਕਿਨ ਉਹ ਕਈ ਵਾਰ ਤੱਕਦੀ ਸੀ ਹਾਏ ਕਰਕੇ ਤੇ ਟੁਰ ਜਾਂਦੀ ਸੀ, ਬਾਕੀ ਹੋਰ ਕੋਈ ਗੱਲ ਨਹੀਂ ਸੀ ਕਰਦੀ। ਕਹਿੰਦਾ ਬਹਰਹਾਲ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਮੈਂ ਕਿਹਾ ਇਸ ਤਰ੍ਹਾਂ ਤੇ ਗੱਲ ਨਹੀਂ ਬਣਨੀ, ਕਿਸੇ ਤਰੀਕੇ ਨਾਲ ਇਹਦੇ ਨਾਲ ਮੈਂ ਗੱਲ ਕਰਾਂ। ਕਹਿੰਦਾ ਮੈਂ ਇੱਕ ਦਿਨ ਜਿਹੜਾ ਨਾ ਉਹਦੇ ਦਫ਼ਤਰ ਟੁਰ ਗਿਆ। ਮੈਂ ਜਾ ਕੇ ਆਖਿਆ ਕਿ ਇਸ ਤਰ੍ਹਾਂ ਤੇਰੇ ਫਾਰਮ ਹਾਊਸ 'ਚ ਕੰਮ ਹੁੰਦਾ ਹੈ ਤੇ ਤੂੰ ਅਗਰ ਚਾਹੇ ਤੇ ਵੀਕਐਂਡ ਤੇ ਮੈਂ ਤੇਰੀ ਮਦਦ ਕਰ ਸਕਣਾ, ਉੱਥੇ ਆ ਕੇ ਕੰਮ ਕਰ ਸਕਣਾ। ਉਹ ਕਹਿੰਦੀ ਹੈ ਵਾਕਈ ਤੂੰ ਵੀਕਐਂਡ ਤੇ ਕੰਮ ਕਰਨਾ ਚਾਹੁੰਦੇ, ਤੂੰ ਰੈਸਟ ਨਹੀਂ ਕਰਨੀ? ਕਹਿੰਦਾ ਨਹੀਂ ਮੈਂ ਨਹੀਂ ਰੈਸਟ ਕਰਨੀ, ਮੈਂ ਜਿਹੜਾ ਕੰਮ ਕਰਨਾ ਚਾਹੁੰਦਾ। ਕਿਹਾ ਠੀਕ ਹੈ ਚੱਲ ਮੈਂ ਤੈਨੂੰ ਦੱਸਾਂਗੀ ਤੇ ਤੂੰ ਵੀਕਐਂਡ ਤੇ ਫਿਰ ਆ ਜੀ, ਉੱਥੇ ਮੇਰੇ ਨਾਲ ਆ ਕੇ ਮਦਦ ਕਰਾ ਦੀ। ਕਹਿੰਦਾ ਮੈਂ ਉਹਦਾ ਸ਼ੁਕਰੀਆ ਅਦਾ ਕਰਕੇ ਤੇ ਮੈਂ ਆ ਗਿਆ। ਕਹਿੰਦਾ 15 ਕੁ ਦਿਨ ਗੁਜ਼ਰੇ ਤੇ ਉਹਨੇ ਮੈਨੂੰ ਬੁਲਾ ਲਿਆ। ਉਹਨੇ ਆਖਿਆ ਇਸ ਤਰ੍ਹਾਂ ਜਿਹੜਾ ਨਾ ਤੂੰ ਉੱਥੇ ਆ ਜੀ, ਅੱਗੋਂ ਮੈਂ ਤੈਨੂੰ ਉੱਥੇ ਜੇ ਬੱਸ ਸਟਾਪ ਤੋਂ ਲਵੇਂਗਾ ਤੈਨੂੰ ਮੈਂ ਨਾਲ ਲੈ ਕੇ ਤੇ ਉੱਥੇ ਆਪਣੇ ਫਾਰਮ ਹਾਊਸ ਟੁਰ ਜਾਵਾਂਗੀ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਅੱਗੋਂ ਨਾਲ ਹੀ ਆਈ। ਥੋੜੀ ਦੇਰ ਬਾਅਦ ਕਹਿੰਦੀ ਨਹੀਂ ਹੈ ਰਹੀ ਹੈ, ਤੂੰ ਸੁਬਾਹ ਮੇਰੇ ਨਾਲ ਹੀ ਇੱਥੋਂ ਲਗਾ ਜਾਈ। ਕਹਿੰਦਾ ਮੈਂ ਕਿਹਾ ਚਲੋ ਹੋਰ ਚੰਗਾ। ਕਹਿੰਦਾ ਉਹ ਗੱਡੀ ਲੈ ਕੇ ਆਈ ਨਵੀਂ। ਕਹਿੰਦਾ ਸਾਰੇ ਹੋਟਲ ਵਾਲੇ ਤੱਕਦੇ ਸੀ ਪਏ। ਕਹਿੰਦਾ ਉਹਨੇ ਮੈਨੂੰ ਨਾਲ ਅੱਗੇ ਬਿਠਾ ਲਿਆ। ਕਹਿੰਦਾ ਬੜੀ ਸੋਹਣੀ ਗੱਡੀ ਸੀ। ਕਹਿੰਦਾ ਮਿਊਜ਼ਿਕ ਲਾਇਆ, ਮੈਨੂੰ ਕਹਿੰਦੀ ਆ ਮਿਊਜ਼ਿਕ ਸੁਣਨੇ? ਕਹਿੰਦਾ ਮੈਂ ਕਿਹਾ ਆਹੋ ਮਿਊਜ਼ਿਕ ਸੁਣਨਾ। ਕਹਿੰਦਾ ਧੋਣ ਛੋਣ ਲਾਣ ਲਾ ਪਈ ਤੇ ਨਾਲ ਹੱਸੀ ਜੇ ਤੇ ਕਹਿੰਦਾ ਮੈਂ ਵੀ ਖੁਸ਼ ਹੋ ਗਿਆ। ਕਹਿੰਦਾ ਮੈਂ ਲੈ ਅੱਜ ਇਹਦੇ ਨਾਲ ਫਰੰਟ ਸੀਟ ਤੇ ਮੈਂ ਬਹਿ ਗਿਆ, ਅੱਗੋਂ ਮੈਂ ਇਹਨੂੰ ਸੈੱਟ ਵੀ ਮੈਂ ਕਰ ਲੈਣਾ, ਆਪਣੇ ਹੱਥ 'ਚ ਕਰ ਲਾਂ। ਕਹਿੰਦਾ ਰਾਜ ਪੈਟਰੋਲ ਪੰਪ ਆਇਆ, ਉੱਥੇ ਰੁਕੀ ਤੇ ਮੈਨੂੰ ਕਹਿੰਦੀ ਆ ਕੋਈ ਲੈ ਖਾਣ ਪੀਣ ਵਾਸਤੇ। ਕਹਿੰਦਾ ਮੈਂ ਕਿਹਾ ਮੈਂ ਨਹੀਂ ਲੈਣਾ। ਕਹਿੰਦਾ ਮੈਨੂੰ ਕਹਿੰਦੀ ਆ ਜਾ। ਕਹਿੰਦਾ ਮੈਂ ਨਾਲ ਉਹਦੇ ਗਿਆ ਤੇ ਅੱਗੂ ਆਪੂ ਚਾਕਲੇਟਾਂ ਤੇ ਚਿਪਸ ਵਗੈਰਾ ਤੇ ਡਰਿੰਕ ਵਗੈਰਾ ਲੈ ਕੇ ਨਾ ਇੱਕ ਛਾਪਰ ਭਰ ਕੇ ਮੈਨੂੰ ਫੜਾ ਦੇ, ਲੈ ਤੂੰ ਖਾ। ਕਹਿੰਦਾ ਮੈਂ ਗੱਡੀ 'ਚ ਨਾਲ ਬਹਿ ਗਿਆ, ਗੱਪਾਂ ਛੱਪਾਂ ਲਾਉਂਦੀ ਰਹੀ। ਕਹਿੰਦਾ ਜਿਉਂ ਹੀ ਉੱਥੇ ਫਾਰਮ ਹਾਊਸ ਤੇ ਆਏ ਆ ਕਹਿੰਦਾ ਮੈਨੂੰ ਉਹਨੇ ਦੱਸਿਆ ਕਿ ਇਹ ਕੰਮ ਤੂੰ ਕਰਨਾ ਹੈ, ਤੂੰ ਕੰਮ ਕਰ। ਕਹਿੰਦਾ ਮੈਂ ਅੱਗੋਂ ਕੰਮ ਕਰਨਾ ਸ਼ੁਰੂ ਹੋ ਗਿਆ। ਕਹਿੰਦਾ ਥੋੜੀ ਦੇਰ ਬਾਅਦ ਆਈ। ਕਹਿੰਦਾ ਉਹਨੇ ਕੱਛੀ ਤੇ ਬਨੈਣ ਪਾਈ ਤੇ ਕਹਿੰਦਾ ਅੱਗੂ ਜਿਸ ਵੇਲੇ ਆਈ ਆਮਦਿਆਂ ਸਾਥ ਬਨੈਣ ਲਾ ਕੇ ਤੇ ਕਹਿੰਦਾ ਸਵਿਮਿੰਗ ਪੂਲ ਵਿੱਚ ਵੜ ਗਈ। ਕਹਿੰਦਾ ਮੈਂ ਤਾਂ ਕਿ ਇੰਨਾ ਸੋਹਣਾ ਉਹਦਾ ਫਿਗਰ ਸੀ। ਕਹਿੰਦਾ ਜਿਮ ਸ਼ਿਮ ਲਾਉਂਦੀ ਸੀ, ਬੜੀ ਫਿਟੀ, ਹਾਲਾਂਕਿ ਮਚੋਰ ਰਹੀ। ਕਹਿੰਦਾ ਮੈਂ ਉਹਦੇ ਵੱਲ ਤੱਕੀ ਜਾਂ ਮੈਂ ਬੜੀ ਸੋਹਣੀ ਹੈ, ਇੱਕ ਵਾਰੀ ਮੈਨੂੰ ਆਖੇ ਸਹੀ ਕਿ ਇੱਧਰ ਆ ਮੇਰੇ ਨਾਲ ਆ ਕੇ ਨਹਾ। ਕਹਿੰਦਾ ਮੈਂ ਤੇ ਖੁਸ਼ ਹੀ ਹੋ ਜਾਣਾ ਸੀ। ਕਹਿੰਦਾ ਬਹਰਹਾਲ ਕਹਿੰਦਾ ਨਹਾ ਨੂ ਕੇ ਨਾ ਕਹਿੰਦਾ ਬਾਹਰ ਉਹ ਨਿਕਲ ਕੇ ਨਾਲ ਹੀ ਧੁੱਪੇ ਲੰਮੀ ਪੈ ਰਹੀ। ਕਹਿੰਦਾ ਬਨੈਣ ਸ਼ੈਣ ਉਹਨੇ ਕੋਈ ਸ਼ੈ ਨਾ ਪਾਈ, ਬਿਲਕੁਲ ਸਿੱਧੀ ਜਿਹੜੀ ਆ ਉਹ ਲੰਮੀ ਪੈ ਗਈ। ਕਹਿੰਦਾ ਮੈਂ ਕਿਤਨੀ ਦੇਰ ਤੇ ਉਹਦੇ ਵੱਲ ਤੱਕਦਾ ਰਿਹਾ, ਮੇਰਾ ਦਿਲ ਕਰੇ ਮੈਂ ਜਾ ਕੇ ਇਹਨੂੰ ਕਲਾਵਾ ਹੀ ਮਾਰ ਲਾਂ, ਲੇਕਿਨ ਕਹਿੰਦਾ ਮੈਂ ਕਿਹਾ ਕਿਰੇ ਮਸਲਾ ਨਾ ਬਣ ਜੇ। ਕਹਿੰਦਾ ਤੱਕ ਤੋਕ ਕੇ ਤੇ
फिर ਜਿਹੜਾ मैं अपना काम ला पिया हिम्मत ना रही। कहता जिसले मैं तकरीबन काम किया मैनू कहती है कि चल बस कर काम तो इंज सुबह तू फिर काम शुरू कर ली तो तेनों मैं आ तेरा कमरा दिखावां। कहता मैं क्या दिखा दे। कहता जिसले मैं उत्थे कमरे च गया कहता कमरे जाके देखा तो बहुत ही वड्डा कमरा सी, डबल बैड सी ते कहता वड्डी स्क्रीन लगी ते कहता वाशरूम भी बड़ा सोहना। कहता मैं तो कदे इस तरह का तक्किया ही नहीं सी है। कहता अगे तो मैं मुड़िया नाल डेरे ते रहिंदा सां, इक्को कमरे च सां 5-5 बैड डाए ने ते असीं सारे जिहड़ा गंदे रखे ने। कहता बहरहाल इहदा तक के तबीयत खुश हो गई। कहते मैनू कहंदी है ए फ्रिज तक लै, इहदे चों अगर तेनों कोई चीज़ चाहिए होवे खाण वास्ते तू लै लवीं। कहता मैं क्या ठीक है। कहता वो टुर गई। कहता बाद मैं ही साई हाँ, वो सी थल्ले वो कमरे च। कहता मेरा दिल करे मैं उहदे नाल गल करां, हो सकदा मेरे नाल सैट हो ही जाए। कहता मैं दिमाग च सोचदा रहा लम्मा पिया बैड ते। कहता मैं क्या एक बार उठना हिम्मत मारना जाके उहदे नाल इजहार ते करां, हो सकदा मेरे नाल सैट हो जाए, कोई गलबात बन जाए। कहता मैं उठिया, शैतान मैनू लम्मिया नहीं सी पैण दिंदा पिया। कहता मैं उठिया जाके उहदे दरवाजे कोल पहुंचिया। कहता फिर मैं सोचा कि नहीं, कहता मैनू नहीं लगता कि खड़काना चाहिए, ये ना वे मसला बन जे। कहता मैं फिर उत्थों जड़ा ना वापस आ गया। कहता फिर बैड ते आके पासे मार मार के कहता समझ ना आवे मैं के करा। कहता फिर मैं आख्या नहीं जो होवेगी देखी जाएगी, एक बारी जाके अपने प्यार का इजहार करा, अगू बाद दियां गल्लां ने। कहता मैं जिसले ना फिर कोशिश करके कहता उहदे कमरे को फिर दोबारा पहुंचिया। कहता उहदे कमरे की लाइट बलदी सी पी। कहता मैं दरवाजा जो खड़काया, कहता उस तरीके उन्हें बनैड जी पाई, सारिया चीज़ां नज़र पियां वन, कच्छी पाई तो कहता मेरे सामने आके खलो गई। कहता मैं क्या लगता इहदी भी नीयत है वै। वो कहती है रही है क्यों आए। कहता मैं तेरे नाल एक गल करनी है। उन्हें आख्या के मैं तेन दसना सी कि तू बड़ी सोहनी है। कहता अगू हसन लग पई, कहती है शुक्रिया थैंक यू। उन्हें बोलिया मेरा। कहता आंदी होर, कहता नहीं बस मैनू तो मैं ए दसना सी कि तू जड़ी है सोहनी बड़ी है। कहता अच्छा ठीक है। कहता अगू मैं जड़ा ना कोशिश करके मैं तेनू पसंद करना, मैं तेनू बहुत ज़्यादा पसंद करना, मैं तेनू प्यार करन लग पिया। वो कहते अच्छा ठीक है शुक्रिया थैंक यू। कहता हसी आवे अगू चंगे कह के ला के हसी। कहता हस के ते अगू जड़ा ना मैनू कहती चल सही है तू जा कमरे च, फिर दोबारा बाद च गल करांगे। कहता मैं जड़ा उत्थों मैनू उन्हें टोर दिता। कहता मैं जबरदस्ती तो कर नहीं सकता। कहता उन्हें दरवाज़ा बंद कर लिया। कहता मैं उत्ते आ गया। मैं क्या इन्हें टेंशन तो कोई नहीं लई, हो सकता थोड़ा टाइम लवे तो अगू जड़ा मेरे नाल सैट हो जे। कहता बहरहाल जिसले सुबह हो के जनाब कहता उन्हें नाश्ता वगैरह लाया, अंडे शंडे उबाल के कहता टेबल ते रखे मेरे वास्ते। कहता सारा कुछ खाना जड़ा ना उन्हें मेरे वास्ते तैयार रखे आ। कहता नाल आपू बह के गप्पां शप्पां। कहता उन्हें ज़रा मासा भी महसूस ना कराया कि मैं राती दे नाल कोई गल कीती है। कहता नाल नाश्ता नुश्ता कीता। कहता नाश्ता नुश्ता करके थोड़ा बहुत जड़ा गंद है सी पिया उन्हें जड़ा मैनू आख्या चुक के सैडे कर दे। कहता मैं सारा सैडे किया। मैनू कहती है चलीए। कहता मैं क्या चल। कहता फिर उस तरह गप्पां शप्पां लांदी ना तो कहता उत्थे होटल ते पहुँच आए असी। कहता होटल ते आके मैं काम जिसे शुरू किया मुड़े मैनू कहता सुना मज़ा आई चस लई आ। कहता मैं क्या चस तो बड़ी है, बड़ा ही वधिया फार्म हाउस है, इस तरह मैं इहदे नाल अपने प्यार का इजहार भी कर दिता है, उम्मीद है कि मेरी इहदी सैटिंग हो जाएगी। कहता बहरहाल मैं जड़ा इस गलों बड़ा मुतमिन सा कि इन्हें मेरे नाल सैट हो ही जाना है। कहता 3 घंटे गुजरे ने, मैनू मैनेजर ने बुला लिया। कहता मैनेजर बुला के ना उन्हें अगे जड़ा काउंटर ते लिफाफा रखिया सी। मैनू कहता ए तेरा लैटर है, तेरे वास्ते हुण कम कोनी, इस वास्ते तू जा सकने। कहता मैं मैनेजर अगे रोन लग पिया उस टाइम, मैं क्या गलती की है, मैं तो कदों दा इत्थे काम पिया करना। उन्हें आख्या नहीं मैं कुछ भी नहीं कर सकता, ये मालकन ने मैनू आख्या कि तेरे वास्ते होर काम कोई नहीं है। कहता मैं रोन लग पिया जोर दा। कहता मैं मैं मालकन नाल गल, उन्हें आख्या ठीक है जा और दफ्तर च बैठिए जाके गल कर लै। कहता मैं भी बड़ा मजबूर सा, बड़ी मुश्किल नाल काम लभे असी। कहता डेरे दे सारे मुड़ियां नाल बेहतर मैं सा। कहता मैं आके उहदा दरवाज़ा खड़काया। वो कहती है आ जा अंदर, कहती है बह जा। कहता मैं जिसे बह गया। कहता मैं अंज हत्थ भन के ना तो मैं रोन लग पिया, मेरे को गलती हो गई, मैनू माफ़ी दे दे तो मैं ये काम करना चाहना। उन्हें आख्या नहीं तेरे को कोई गलती नहीं है, तो नॉर्मल है तू मेरे नाल जिहड़ी गल कीती है, मेरे को तो वैसे काम को नहीं हूँ, इस वजह तो मैं तेनों भी आखनी है कि फिर बाद फिर काम होगा, फिर तेनों मैं जड़ा ना बुलाने। कहना मैं रोन लग्या, उठ के आके ना मेरे मोढे ते हत्थ रख के थापड़ा मार के कहती है रही है रिलैक्स हो, बाद फिर मैं तेनों जे काम होया मैं तेनों बुला लाँगी, तू ना घबरा। कहता मैं काफ़ी उन्होंने आख्या लेकिन उस गल ते अड़ी सी कि मैं तेनों बुला लाँगी। कहता मैं फटोफट उठिया तो पैरों में हत्थ में कहता मैं ला दिता। कहता मैं क्या मेरे को गलती हो गई, मैनू माफ़ कर दे। कहता लेकिन उन्हें ना मेरी फिर उन्हें मैनू ठाल के ना मैनू कहती है रिलैक्स कोई मसला नहीं, मैं तेरी कोई गल माइंड नहीं की, मेरे को काम नहीं है,
ਮੇਰੇ ਕੋਲ ਕੰਮ ਹੋਇਆ ਤੇ ਮੈਂ ਤੈਨੂੰ ਫੇਰ ਬੁਲਾ ਲਾਂਗੀ। ਇਹ ਕਹਿੰਦਾ ਗੱਲ ਦੇ ਬੜੇ ਪੱਕੇ ਨੇ, ਜੋ ਮਰਜ਼ੀ ਹੋ ਜੇ ਗੱਲ ਤੂੰ ਅੱਗੇ ਪਿੱਛੇ ਨਹੀਂ ਹੁੰਦੇ। ਕਹਿੰਦਾ ਪਰ ਉਹਨੇ ਮੈਨੂੰ ਨਾ ਥਾਪੜਾ ਥੂਪੜਾ ਮਾਰ ਕੇ ਨਾ ਹੌਸਲਾ ਦੇ ਕੇ ਮੈਂ ਤੈਨੂੰ ਕਾਲ ਕਰਾਂਗੀ, ਤੂੰ ਜਾ। ਕਹਿੰਦਾ ਮੈਨੂੰ ਉਹਨੇ ਉੱਥੋਂ ਕੱਢ ਦਿੱਤਾ। ਕਹਿੰਦਾ ਦੂਜੇ ਮੁੰਡੇ ਪੁੱਛਦੇ ਨੇ ਕੀ ਹੋਈ? ਕਹਿੰਦਾ ਮੈਨੂੰ ਕੰਮ ਤੂੰ ਕੱਢ ਦਿੱਤਾ ਸੀ। ਉਹਨੇ ਆਖਿਆ ਪੁੱਤਰ ਤੂੰ ਵੀ ਬੜੀ ਵੱਡੀ ਛਾਲ ਮਾਰਨ ਲਗਾ ਏ, ਇਹ ਹੀ ਕੰਮ ਹੁੰਦਾ ਫਿਰ। ਕਹਿੰਦਾ ਮੈਂ ਜਿਸਲੇ ਡੇਰੇ ਤੇ ਆਇਆ, ਡੇਰੇ ਤੇ ਆ ਕੇ ਮੁੰਡੇ ਪੁੱਛਦੇ ਨੇ ਹੈਰ ਹੋ ਗਈ ਆ? ਕਹਿੰਦਾ ਮੈਂ ਕਿਹਾ ਕੰਮ ਤੋਂ ਛੁੱਟੀ ਹੋ ਗਈ ਹੈ। ਇਹ ਕਿਉਂ? ਉਹਨੇ ਆਖਿਆ ਸਰਾ ਮਾਲਕਣ ਨੇ ਕੱਢ ਦਿੱਤਾ। ਮੈਂ ਸਰਾ ਗੱਲ ਕਿ ਉਹਨੇ ਕਿਹਾ ਜਾ ਬਗੈਰਤਾ, ਇਤਨਾ ਵਧੀਆ ਤੇਰਾ ਕੰਮ ਸੀ, ਤੂੰ ਕੀ ਕੰਮ ਕੀਤਾ? ਕਹਿੰਦਾ ਮੈਂ ਆਖਿਆ ਕੋਈ ਨਹੀਂ ਮਸਲਾ, ਮੈਨੂੰ ਪਤਾ ਉਹਨੇ ਮੈਨੂੰ ਬੁਲਾ ਲੈਣਾ। ਮੈਨੂੰ ਆਂਦੀ ਸੀ ਵੀ ਮੈਂ ਤੈਨੂੰ ਬੁਲਾ ਲਾਂਗੀ, ਇਹਨੇ ਸਿਰਫ ਕੀਤਾ ਮੈਨੂੰ ਨਸੀਹਤ ਦਿਵਾਉਣ ਵਾਸਤੇ। ਮੈਨੂੰ ਸੋਚ 100% ਹੈ ਇਹਨੇ ਮੈਨੂੰ ਵਾਪਸ ਬੁਲਾਣਾ ਹੀ ਬੁਲਾਣਾ। ਕਹਿੰਦੇ ਮੁੰਡਿਆਂ ਦੇ ਪੁੱਤਰ ਇਹ ਨਹੀਂ ਹੁਣ ਬੁਲਾਉਂਦੀ, ਜੋ ਮਰਜ਼ੀ ਕਰ ਲੈ, ਜਿਹੜਾ ਤੂੰ ਕੰਮ ਪਾਇਆ ਨਾ ਹੁਣ ਨਹੀਂ ਉਹ ਬੁਲਾਉਂਦੀ। ਉਹਨੇ ਤੈਨੂੰ ਇੱਥੋਂ ਫਾਰਗ ਕਰਨ ਵਾਲੀ ਗੱਲ ਕੀਤੀ। ਕਹਿੰਦਾ ਪੂਰਾ ਮਹੀਨਾ ਘਰ ਬੈਠਾ ਰਿਹਾ ਮੈਂ, ਇੱਕ ਦੋ ਵਾਰੀ ਕੰਮ ਦੀ ਆਫਰ ਵੀ ਆਈ, ਲੇਕਿਨ ਮੈਂ ਆਖਿਆ ਨਹੀਂ ਉਹ ਮੈਨੂੰ ਬੁਲਾਏਗੀ। ਕਹਿੰਦਾ ਬਹਰਹਾਲ ਉਹਨੇ ਮੈਨੂੰ ਕਾਲ ਕੋ ਨਾ ਕੀਤੀ। ਕਹਿੰਦਾ ਮੈਂ ਫੇਰ ਹੋਟਲ ਤੇ ਟੁਰ ਗਿਆ। ਕਹਿੰਦਾ ਉਹ ਜਾ ਕੇ ਮੈਨੇਜਰ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਮੈਨੂੰ ਕੰਮ ਤੂੰ ਕੱਢਿਆ। ਤਾਂ ਉਹਨੇ ਆਖਿਆ ਸੀ, ਉਹਨੇ ਆਖਿਆ ਕੰਮ ਕੋਈ ਨਹੀਂ, ਤੇਰੀ ਜਗ੍ਹਾ ਤੇ ਬੰਦਾ ਰੱਖ ਲਿਆ ਸੀ, ਇਸ ਵਾਸਤੇ ਤੇਰੇ ਵਾਸਤੇ ਕੰਮ ਕੋਈ ਨਹੀਂ ਹੈ। ਕਹਿੰਦਾ ਅੱਗੋਂ ਮਾਲਕਣ ਕੋਲ ਮੈਂ ਗਿਆ, ਉਹਨੇ ਵੀ ਇਹੀ ਗੱਲ ਕੀਤੀ ਕਿ ਫਿਲਹਾਲ ਮੇਰੇ ਕੋਲ ਕੰਮ ਨਹੀਂ ਹੈ, ਮੈਂ ਕੰਮ ਹੋਇਆ ਤੈਨੂੰ ਦੱਸਾਂਗੀ, ਹੁਣ ਦੁਬਾਰਾ ਤੂੰ ਇੱਥੇ ਹੋਟਲ ਤੇ ਨਾ ਆਵੀਂ। ਕਹਿੰਦਾ ਉਹਨੇ ਇਹ ਕਹਿ ਕੇ ਤੇ ਮੈਨੂੰ ਵਾਪਸ ਤੋਰ ਦਿੱਤਾ। ਕਹਿੰਦਾ ਮੈਂ ਘਰ ਆਇਆ, ਮੁੰਡੇ ਸਾਰੇ ਮੇਰੇ ਤੇ ਤੋ ਲਾਹਨਤ ਕਰਦੇ ਸੀ। ਕਹਿੰਦਾ ਯਾਰ ਤੂੰ ਕਿਹੜਾ ਕੰਮ ਕੀਤਾ, ਐਡਾ ਸੋਹਣਾ ਕੰਮ ਤੂੰ ਛੱਡ ਆਏ। ਕਹਿੰਦਾ ਬਾਰਾ ਮੇਰੇ ਕੋਲ ਗਲਤੀ ਹੋ ਗਈ, ਸ਼ੈਤਾਨ ਨੇ ਮੈਨੂੰ ਜਿਹੜਾ ਕਿਸੇ ਪਾਸੇ ਜੋਗਾ ਨਹੀਂ ਸੀ ਛੱਡਿਆ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ, ਕੰਮ ਲੱਗੇ ਆ ਤੇ ਫਿੱਟ ਨਾ ਕੁਦਾਓ, ਸ਼ੈਤਾਨੀ ਕਿਰੇ ਹੋਰ ਜਾ ਕੇ ਕਰ ਲਓ ਆਪਣੇ ਕੰਮ ਜਿੱਥੇ ਬਿਲਕੁਲ ਨੀਅਤ ਨਾ ਕਰੋ।